subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਰਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਰਾ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਹਰਜੋਤ ਕੌਰ ਗੰਭੀਰ। ਅੱਜ ਅਸੀਂ ਇੱਕ ਵਾਰ ਫੇਰ ਬਿਜ਼ਨਸ ਵੂਮਨ ਦੀ ਗੱਲ ਕਰਾਂਗੇ, ਕਾਰੋਬਾਰੀ ਵੂਮਨ ਦੀ ਗੱਲ ਕਰਾਂਗੇ, ਐਂਟਰਪ੍ਰੀਨਿਓਰਸ਼ਿਪ ਦੀ ਗੱਲ ਕਰਾਂਗੇ। ਅੱਜ ਫੇਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਕਿਸੇ ਨੇ ਆਪਣੇ ਘਰ ਬੈਠੇ ਹੀ ਇੱਕ ਖਿਆਲ ਤੋਂ ਬਹੁਤ ਹੀ ਅੱਛੀ ਕੰਪਨੀ ਖੜੀ ਕਰਤੀ। ਮੋਸਟਲੀ ਜੇ ਮੈਂ 99% ਲਵਾਂ, ਅੱਵਲ ਤੇ ਤੁਸੀਂ 100% ਹੀ ਟਰਸਟ ਕਰ ਸਕਦੇ ਹੋ ਕਿ ਹਮੇਸ਼ਾ ਹੀ ਆਈ ਓਨਲੀ ਐਂਡੋਰਸ ਪੀਪਲ ਕਿ ਜਿਨ੍ਹਾਂ ਨੂੰ ਮੈਂ ਖੁਦ ਪਰਖਿਆ ਹੋਵੇ, ਜਿਨ੍ਹਾਂ ਦਾ ਪ੍ਰੋਡਕਟਸ ਮੈਂ ਖੁਦ ਯੂਜ਼ ਕੀਤੇ ਹੋਣ, ਖੁਦ ਮੈਨੂੰ ਲੱਗੇ ਕਿ ਹਾਂ ਇਹਦੇ ਵਿੱਚ ਵਾਕਈ ਦਮ ਹੈ, ਕਿਸੇ ਨੇ ਮਿਹਨਤ ਕੀਤੀ ਹੈ, ਕੋਈ ਕੰਮ ਚਲਾਊ ਕੰਮ ਨਹੀਂ ਹੈ। ਸੋ that is my intention to bring the best of the people is the secondary thing, ਪਰ ਜਿਹੜੇ ਉਹਨਾਂ ਦੇ ਪ੍ਰੋਡਕਟਸ ਨੇ, ਜਿਹੜੇ ਉਹਨਾਂ ਦੀ ਇਨੋਵੇਸ਼ਨ ਆ, ਉਹ ਮੈਂ ਆਪਣੀ ਆਡੀਅנס ਤੱਕ ਜਿਹੜੀ ਆ ਮੈਂ ਪਹੁੰਚਾਵਾਂ। ਸੋ ਫਸਟ ਆਫ ਆਲ ਮੈਡਮ, ਵੈਲਕਮ ਟੂ ਦ ਸ਼ੋ। ਥੈਂਕ ਯੂ ਮਨਦੀਪ ਮੈਮ ਜੀ, ਥੈਂਕ ਯੂ ਸਾਰਿਆਂ ਨੂੰ ਜੋ ਸੁਣ ਰਹੇ ਨੇ ਇਸ ਵੇਲੇ। ਮੈਮ ਨੇ ਲੁਧਿਆਣਾ ਤੋਂ, ਅੱਜ ਅਸੀਂ ਗੱਲ ਕਰਾਂਗੇ ਇਹਨਾਂ ਦੀ ਸਕਸੈਸਫੁਲ ਜਰਨੀ ਦੀ। ਥੋੜੇ ਦਿਨ ਪਹਿਲਾਂ ਮੈਂ ਲੁਧਿਆਣਾ ਦੇ ਵਿੱਚ ਪਾਰਕ ਪਲਾਜ਼ਾ ਦੇ ਵਿੱਚ ਇੱਕ ਇਵੈਂਟ ਅਟੈਂਡ ਕੀਤਾ ਸੀ, ਵੂਮਨ ਦਾ ਅਵਾਰਡ ਸ਼ੋਅ ਸੀ। ਮੈਮ ਵੀ ਉਹਦੇ ਵਿੱਚ ਸ਼ਾਮਿਲ ਸੀ। ਉਹਦੇ ਵਿੱਚ ਮੈਂ ਮੈਮ ਨੂੰ ਮਿਲੀ। ਮੈਮ ਨੇ ਆਪਣੇ ਬਿਸਕਿਟਸ, ਕੁਕੀਜ਼ ਜਿਹੜੀਆਂ ਉਹ ਘਰ ਬਣਾਉਂਦੇ ਨੇ, ਉਹ ਮੇਰੇ ਨਾਲ ਸ਼ੇਅਰ ਕੀਤੀਆਂ। ਆ ਕੇ ਮੈਂ ਉਹਨਾਂ ਨੂੰ ਟੇਸਟ ਕੀਤਾ ਐਂਡ ਇਟ ਵਾਜ਼ ਵੰਡਰਫੁਲ। ਮੈਂ ਤਾਂ ਇਹ ਵੀ ਸੋਚਿਆ ਕਿ ਦੀਵਾਲੀ ਤੇ ਆਪਣੇ EMPLOYEES ਦੇ ਗਿਫਟਸ ਵਿੱਚ ਵੀ ਉਹਨੂੰ ਮੈਂ ਇਨਕਲੂਡ ਕਰਾਂਗੀ ਕਿ ਇਸ ਤਰ੍ਹਾਂ ਦਾ ਡਿਸੀਜਨ ਲੈਣਾ, ਇਸ ਤਰ੍ਹਾਂ ਦੀ ਕੁਆਲਿਟੀ। ਐਂਡ ਦੈਨ ਇਟ ਕੰਪੈਲਡ ਮੀ ਇਨਸਾਈਡ ਕਿ ਮੈਂ ਮੈਮ ਨੂੰ ਆਪਣੇ ਸ਼ੋਅ ਦੇ ਵਿੱਚ ਇਨਵਾਈਟ ਕਰਾਂ ਤੇ ਇੱਕ ਹੋਰ ਜਿਹੜੀ ਸਾਡੇ ਪੰਜਾਬ 'ਚ ਅੱਛੀ ਚੀਜ਼ ਹੋ ਰਹੀ ਆ ਉਸ ਨੂੰ ਸਾਰਿਆਂ ਤੱਕ ਲੈ ਕੇ ਜਾਵਾਂ। ਸੋ ਸਭ ਤੋਂ ਪਹਿਲਾਂ ਤੇ ਫਰਸਟ ਕੁਐਸਚਨ ਮੇਰਾ ਇਹੀ ਆ ਕਿ ਇਹ ਖਿਆਲ ਹੀ ਤੁਹਾਡੇ ਮਨ 'ਚ ਕਿੱਥੋਂ ਆਇਆ ਕਿ ਮੈਂ ਕੁਝ ਆਪਣਾ ਕਰਾਂ? ਮੇਰੇ ਬੱਚੇ ਵੱਡੇ ਹੋ ਚੁੱਕੇ ਸੀ, ਪਲੱਸ ਮੇਰੀ ਡਾਟਰ ਨੂੰ ਮਿਲਕ ਐਲਰਜੀ ਸੀ। ਉਹਨੂੰ ਆਦਤ ਸੀ ਮਾਰਕੀਟ 'ਚੋਂ ਕੁਕੀਜ਼, ਮਤਲਬ ਜਿੰਨਾ ਮਰਜ਼ੀ ਉਹਨੂੰ ਅਸੀਂ ਮਨਾ ਕਰ ਦਈਏ ਉਹਨੇ ਹਟਣਾ ਹੀ ਨਹੀਂ। ਤਾਂ ਮੈਨੂੰ ਲੱਗਾ ਕਿ ਮੈਂ ਇਹਦੇ ਲਈ ਟਰਾਈ ਕਰਦੀ ਹਾਂ ਕੁਝ ਬਿਨਾਂ ਮਿਲਕ ਤੋਂ ਬਣ ਜੇ, ਵਿਦਆਊਟ ਬਟਰ। ਉਹਦੇ ਲਈ ਟਰਾਈ ਕੀਤਾ, ਬਟ ਕਿਤੇ ਨਾ ਕਿਤੇ ਮੇਰੇ ਮਨ 'ਚ ਖਿਆਲ ਆਇਆ ਕਿ ਇਹ ਪ੍ਰੋਬਲਮ ਸਿਰਫ ਮੇਰੀ ਡਾਟਰ ਦੀ ਨਹੀਂ ਹੈ। ਅਸੀਂ ਪੈਕਡ ਫੂਡ ਦੇਖੀਏ, ਵੀਗਨ ਲੈ ਕੇ ਆਈਏ ਜਾਂ ਗਲੂਟਨ ਫ੍ਰੀ ਲੈ ਕੇ ਆਈਏ, ਉਹਦੇ 'ਚ ਇੰਨੇ ਪ੍ਰੀਜ਼ਰਵੇਟਿਵਸ ਹੁੰਦੇ ਨੇ ਕਿ ਤੁਸੀਂ ਉਹਦੇ ਨਾਲ ਫੂਡ ਤਾਂ ਖਾ ਹੀ ਰਹੇ ਹੋ, ਪ੍ਰੀਜ਼ਰਵੇਟਿਵਸ ਵੀ ਖਾ ਰਹੇ ਹੋ। ਤਾਂ ਮੈਨੂੰ ਲੱਗਾ ਕਿ ਜਿਹੜਾ ਪਹਿਲਾਂ ਹੀ ਪ੍ਰੋਬਲਮ 'ਚ ਉਹਨੂੰ ਤੁਸੀਂ ਹੋਰ ਉਤੋਂ ਪ੍ਰੀਜ਼ਰਵੇਟਿਵਸ ਦੇ ਰਹੇ ਹੋ ਤਾਂ ਉਹ ਕਿੱਥੋਂ ਦੀ ਚੰਗੀ ਗੱਲ ਹੈ। ਤਾਂ ਮੈਂ ਉਸ ਤੋਂ ਬਿਨਾਂ ਮੈਂ ਕਿਹਾ ਦੇਖਾਂ ਵੀ ਸ਼ੈਲਫ ਲਾਈਫ ਕਿੰਨੀ ਦੇਰ ਰਹਿੰਦੀ ਹੈ। ਜ਼ਰੂਰੀ ਤਾਂ ਨਹੀਂ ਅਸੀਂ 1 ਸਾਲ ਕਿਸੇ ਨੂੰ ਰੱਖ ਕੇ ਪੁਰਾਣਾ ਖਵਾਉਣਾ ਹੈ। ਬੈਟਰ ਹੈ ਕਿ ਜੇ ਤੁਹਾਡੀ 2 ਮਹੀਨੇ ਜਾਂ 3 ਮਹੀਨੇ, ਮੈਕਸਿਮਮ 3 ਮੰਥਸ, ਮਤਲਬ ਮੇਰੇ ਪ੍ਰੋਡਕਟਸ ਦੀ ਮੈਂ 3 ਮੰਥਸ ਕਹਿੰਦੀ ਹਾਂ, ਬਟ ਅਜੇ ਤੱਕ 3 ਮੰਥਸ ਤੱਕ ਲਈ ਬਚਦਾ ਹੀ ਨਹੀਂ। ਮੇਰਾ ਮਕਸਦ ਹੈ ਕਿ ਫਰੈਸ਼ਲੀ ਬੇਕਡ ਹੋਏ। ਤੁਹਾਨੂੰ ਜਿੰਨਾ ਆਰਡਰ ਹੈ ਤੁਸੀਂ ਉਨਾ ਬੇਕ ਕਰੋ, ਉਸ ਤੋਂ ਐਕਸਟਰਾ ਤੁਸੀਂ ਸਟੋਰ ਕਰਕੇ ਕਿਉਂ ਰੱਖਣਾ? ਸੋ ਜਿੰਨੇ ਤੁਹਾਡੀ ਪ੍ਰੋਡਕਸ਼ਨ ਹੈ ਐਟ ਪ੍ਰੈਜ਼ੈਂਟ, ਸੋ ਜ਼ਰੂਰੀ ਨਹੀਂ ਕਿ ਆਪਾਂ ਉਹ ਡਾਟਰ ਨਹੀਂ ਖਾਣੇ ਜਾਂ ਉੱਦਾਂ ਦੇ ਬੱਚਿਆਂ ਨੇ ਖਾਣੇ। ਸੋ ਇਟ ਇਜ਼ ਲਾਈਕ ਵਿਦਆਊਟ ਮਿਲਕ ਹੀ ਪ੍ਰੈਪਰੇਸ਼ਨ ਕਰ ਰਹੇ ਕਿ ਸਾਰਾ ਕੁਝ? ਨਹੀਂ, ਹੁਣ ਮੇਰਾ ਵਿਦ ਮਿਲਕ ਵੀ ਹੈ ਬਟ ਪ੍ਰੀਜ਼ਰਵੇਟਿਵ ਫ੍ਰੀ ਹੈ। ਪ੍ਰੀਜ਼ਰਵੇਟਿਵ ਫ੍ਰੀ ਹੈ। ਇੱਥੋਂ ਤੁਹਾਨੂੰ ਖਿਆਲ ਆਇਆ, ਰਾਈਟ? ਤੇ ਜਦੋਂ ਖਿਆਲ ਤੁਸੀਂ ਘਰ ਦੱਸਿਆ ਤੇ ਫਿਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਸ਼ੁਰੂ ਕੀਤਾ ਕਿ ਹਾਂ ਮੈਂ ਕੁਝ ਖੁਦ ਦਾ ਕਰਾਂਗੀ? ਇੱਕ ਪੈਸ਼ਨ ਵੀ ਹੁੰਦਾ ਹੈ ਮੈਨੂੰ ਸੀ ਕਿ ਮੇਰੇ ਹਸਬੈਂਡ ਦਾ ਆਪਣਾ ਬਿਜ਼ਨਸ ਹੈ, ਮੇਰੇ ਬੱਚੇ ਆਪਣੇ ਸੈਟਲਡ ਨੇ ਲਾਈਫ 'ਚ, ਹਨਾ। ਤਾਂ ਇੱਕ ਲੇਡੀ ਨੂੰ ਕੀ ਹੁੰਦਾ ਕਿ ਸਿਰਫ ਉਹ ਘਰ ਵਾਸਤੇ ਹੀ ਵਿਆਹ ਕਰਾ ਲਿਆ, ਬੱਚੇ ਪੈਦਾ ਕਰ ਲਏ। ਮਤਲਬ ਮੈਂ ਕਹਾਂ ਕਿ ਹਰ ਲੇਡੀ ਦਾ ਇੱਕ ਸੁਪਨਾ ਹੁੰਦਾ ਕਿ ਉਹਨੂੰ ਉਹਦੇ ਨਾਲ ਵੀ ਜਾਣਿਆ ਜਾਏ। ਤਾਂ ਕਿਤੇ ਨਾ ਕਿਤੇ ਅੰਦਰ ਮੇਰੇ ਵੀ ਸੀ। ਬਿਫੋਰ ਮੈਰਿਜ ਵੀ ਮੈਨੂੰ ਹੁੰਦਾ ਸੀ ਕਿ ਮੈਂ ਮਤਲਬ ਨਾ ਕੁਝ ਕਰਨਾ ਹੈ ਪਾਪਾ, ਬਟ ਜਿਵੇਂ ਘਰਦਿਆਂ ਦੀ ਮਰਜ਼ੀ ਹੈ ਕਿ ਵਿਆਹ ਕਰ ਦੋ, ਵੀ ਚੰਗਾ ਮੁੰਡਾ ਮਿਲ ਰਿਹਾ ਫਟਾਫਟ ਵਿਆਹ ਕਰ ਦੋ। ਤਾਂ ਚੰਗਾ ਮੁੰਡਾ ਤੁਹਾਨੂੰ ਮਿਲ ਗਿਆ, ਮਤਲਬ? ਹਾਂ, ਚੰਗਾ ਮੁੰਡਾ ਮਿਲ ਗਿਆ। ਰਾਈਟ। ਸੋ ਇਹਦੇ ਲਈ ਤੁਸੀਂ ਕੋਈ ਪਹਿਲਾਂ ਜਿੱਦਾਂ ਸਿੱਖਿਆ ਕਿਵੇਂ, ਜਾਂ ਕੋਈ ਪੜ੍ਹਾਈ ਕੀਤੀ ਹੈ, ਜਾਂ ਤੁਹਾਡੀ ਆਲਰੇਡੀ ਪੈਸ਼ਨ ਸੀ ਕੁਕਿੰਗ ਦਾ ਜਾਂ ਬੇਕਿੰਗ ਦਾ? ਸੋ ਉਹ ਜਿਹੜੀ ਇੰਨੇ ਪਰਫੈਕਟ ਪ੍ਰੋਡਕਟ ਤੇ ਪਹੁੰਚਣ ਲਈ ਇਟ ਇਜ਼ ਅ ਹਾਈਟ ਆਫ ਪਰਫੈਕਸ਼ਨ। I have traveled the world, I see things, so right, so it's a very quality product. ਇੰਨੀ ਪਰਫੈਕਸ਼ਨ ਤੇ ਪਹੁੰਚਣ ਤੱਕ ਜੇ ਟੈਕਨੀਕਲ ਗੱਲ ਕਰੀਏ, so how did you reach to such a perfection? ਦੇਖੋ, ਪਹਿਲਾਂ ਤਾਂ ਹਰ ਲੇਡੀ ਆਪਣੇ ਘਰ 'ਚ ਜਦੋਂ ਫੂਡ ਪ੍ਰਿਪੇਅਰ ਕਰਦੀ ਬੱਚਿਆਂ ਲਈ, ਸਾਰਿਆਂ ਲਈ, ਫੈਮਿਲੀ ਲਈ, ਫਰੈਂਡਸ ਲਈ, ਮਤਲਬ
ਮੇਰੀ ਹੈਬਿਟ ਸੀ ਕਿ ਕਿਸੇ ਨੂੰ ਬਰਥਡੇ ਤੇ ਦੇਣਾ ਤਾਂ ਕੇਕ ਬਣਾ ਦੇਣਾ ਮੇਰੇ ਵੱਲੋਂ, ਚਾਹੇ ਉਹ ਮੇਰੇ ਹਸਬੈਂਡ ਦੇ ਫਰੈਂਡਸ ਹੋਣ, ਚਾਹੇ ਫੈਮਿਲੀ ਮੈਂਬਰਸ ਹੋਣ, ਕੁਝ ਵੀ। ਉਹ ਤਾਂ ਜਸਟ ਹੁੰਦਾ ਸੀ ਕਿ ਅੰਦਾਜ਼ੇ ਨਾਲ। ਬਟ ਮੈਨੂੰ ਸੀ ਕਿ ਜੇ ਮੈਂ ਆਪਣੀ ਕੁਕੀਜ਼ ਪਰਫੈਕਸ਼ਨ ਲਿਆਉਣੀ ਹੈ ਤਾਂ ਮੈਨੂੰ ਨਾ ਕਿਤੋਂ ਨਾ ਕਿਤੋਂ ਇਹਦੇ ਲਈ ਟ੍ਰੇਨਿੰਗ ਲੈਣੀ ਪਏਗੀ। ਤਾਂ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸ਼ਾਰਟ ਕੋਰਸਿਸ ਕੀਤੇ। ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਵੱਡਾ ਕੀਤਾ, ਬਟ ਬੇਸਿਕ ਤੁਸੀਂ ਰੈਸਪੀ ਕਿਵੇਂ ਸੈੱਟ ਕਰਨੀ ਹੈ ਆਪਣੀ। ਇਹ ਜਿਹੜੀ ਮੇਰੀਆਂ ਕੁਕੀਜ਼ ਨੇ, ਇਹ ਰੈਸਪੀ ਮੇਰੀ ਹੈ, ਬਟ ਮੈਂ ਜੇ ਕਹਾਂ ਤਾਂ ਮੈਂ ਟ੍ਰੇਨਿੰਗ PAU ਤੋਂ ਲਈ ਹੈ। ਮੇਰੀ ਗਰੋਥ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਹੱਥ ਹੈ ਕਿ ਮੈਂ ਉੱਥੋਂ ਟ੍ਰੇਨਿੰਗ ਲੈ ਕੇ ਫਿਰ ਉਸ ਤੋਂ ਬਾਅਦ ਆਪਣੀ ਰੈਸਪੀ ਸੈੱਟ ਕਰਕੇ। ਬਟ ਉਹ ਰੈਸਪੀ ਹੈ ਕਿ ਜਿਹੜਾ ਮੈਂ 3 ਕਿਲੋ 'ਚ ਬਣਾ ਰਹੀ ਸੀ ਜਾਂ ਹੁਣ 100 ਕਿਲੋ 'ਚ ਵੀ ਬਣ ਰਿਹਾ, ਸੇਮ ਟੇਸਟ ਹੈ। ਉਹ ਟੇਸਟ ਨਹੀਂ ਮੈਂ ਚੇਂਜ ਹੋਣ ਦਿੱਤਾ। ਹੁਣ ਜੇ ਤੁਹਾਡੀ ਟੀਮ ਦੀ ਗੱਲ ਕਰੀਏ, ਹੂ ਆਲ ਆਰ ਇਨ ਯੋਰ ਟੀਮ, ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਦੇ ਥਰੂ ਇੱਕ ਏਮਪਲੋਇਮੈਂਟ ਜਨਰੇਟ ਕਰ ਪਾ ਰਹੇ ਹੋ, ਜਾਂ ਆਉਣ ਵਾਲੇ ਸਮੇਂ 'ਚ ਕੀ ਸੋਚਦੇ ਹੋ ਕਿ ਹਾਂ ਮੇਰੇ ਬਿਜ਼ਨਸ ਦੇ ਥਰੂ ਜਿਹੜਾ ਕਿ ਇੱਕ ਈਜ਼ੀ ਡੂਇੰਗ ਬਿਜ਼ਨਸ ਹੈ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੜ੍ਹਾਈ ਲਿਖਾਈ ਦੀ ਜ਼ਰੂਰਤ ਨਹੀਂ ਆ, ਠੀਕ ਹੈ, ਨਾਰਮਲ ਬੰਦੇ ਨੂੰ ਵੀ ਜੌਬ ਮਿਲ ਸਕਦੀ ਹੈ, ਗੁੱਡ ਐਟੀਟਿਊਡ ਹੋਣਾ ਚਾਹੀਦਾ। ਕਰੰਟਲੀ ਵੇਅਰ ਆਰ ਯੂ ਸਟੈਂਡਿੰਗ, ਹਾਊ ਬਿਗ ਇਜ਼ ਯੋਰ ਟੀਮ, ਐਂਡ ਹਾਊ ਡੂ ਯੂ ਫੀਲ ਜਦੋਂ ਏਮਪਲੋਇਮੈਂਟ ਜਨਰੇਟ ਕਰ ਰਹੇ ਹੋ ਤੁਸੀਂ? ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਕੁਝ ਲੋਕ ਜੋ ਵੀ ਮੇਰੇ ਅੰਡਰ ਜਾਂ ਉਹ ਮੇਰੀ ਫੈਮਿਲੀ ਮੈਂਬਰ ਟਾਈਪ ਲੱਗਦੇ ਨੇ ਮੈਨੂੰ। ਜਦੋਂ ਮੈਂ ਸਟਾਰਟ ਕੀਤਾ ਸੀ, ਮੈਂ ਇਕੱਲੀ ਰਾਤ ਤੱਕ 3 ਵਜੇ ਤੱਕ ਇਹ ਕੰਮ ਸ਼ੁਰੂ ਕੀਤਾ ਸੀ। ਮਤਲਬ ਮੈਨੂੰ ਪ੍ਰਾਊਡਲੀ ਮੈਂ ਕਹਿ ਸਕਦੀ ਹਾਂ ਕਿ ਹਾਂ, ਮੈਂ ਸ਼ੁਰੂ 'ਚ ਇਕੱਲੀ ਸੀ, ਪਰ ਹੁਣ ਅਸੀਂ 5 ਜਣੇ ਹੈਗੇ ਹਾਂ। 2 ਮੇਰੇ ਕੋਲ ਲੇਡੀਜ਼ ਨੇ, 3 ਮੇਰੇ ਕੋਲ ਮਤਲਬ ਬॉयਜ਼ ਨੇ। ਬਟ ਉਹ ਕੰਮ ਬੜੀ ਨਾਈਸਲੀ ਕਰਦੇ ਨੇ। ਉਹਨਾਂ ਨੂੰ ਕਦੀ ਫੀਲ ਨਹੀਂ ਹੋਇਆ ਕਿ ਹਾਂ ਇਹ ਸਾਡੀ ਬੌਸ ਹੈ ਜਾਂ ਹੁਕਮ ਚਲਾ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿ ਮੈਮ ਨੇ ਇਸ ਤਰ੍ਹਾਂ ਕਹਿਤਾ ਤੇ ਇਸ ਤਰ੍ਹਾਂ ਹੀ ਕੰਮ ਹੋਣਾ ਹੈ। ਉਹਨਾਂ ਨੂੰ ਜੇ ਪਤਾ ਹੈ ਕਿ ਮੇਰੇ ਸਾਹਮਣੇ ਉਹ ਕੱਪੜਾ ਨੀਚੇ ਗਿਰ ਗਿਆ, ਦੁਬਾਰਾ ਵਾਪਸ ਨਹੀਂ ਵਿੱਚ ਲੱਗਣਾ ਚਾਹੀਦਾ, ਨਹੀਂ ਲੱਗੇਗਾ। ਸੋ ਇਹਨਾਂ ਦੀ ਨਾ ਜਿਹੜੀ ਪ੍ਰੈਪਰੇਸ਼ਨ ਆ, ਉਹਦੇ ਵਿੱਚ ਝਲਕਦਾ ਹੈ ਕਿ ਇਹ ਬਹੁਤ ਹੀ ਅੱਛੇ ਤਰੀਕੇ ਨਾਲ ਬੇਕਡ ਆ। ਐਂਡ ਆਈ ਮਸਟ ਸੇ ਟੂ ਮਾਈ ਆਡੀਅנס ਕਿ ਤੁਸੀਂ ਮੈਮ ਨੂੰ ਜ਼ਰੂਰ ਆਰਡਰ ਜਿਹੜਾ ਵਾ ਇੱਕ ਵਾਰੀ ਕਰਕੇ ਦੇਖਣਾ ਹੈ, ਐਂਡ ਦੈਨ ਯੂ ਹੈਵ ਟੂ ਰਿਸਪੌਂਡ ਮੀ ਕਿ ਮੈਂ ਸਹੀ ਕੀਤਾ ਇਹਨਾਂ ਨੂੰ ਸ਼ੋਅ 'ਚ ਬੁਲਾ ਕੇ ਕਿ ਨਹੀਂ। ਕਿਉਂਕਿ ਵਾਕਈ ਇੱਕ ਛੋਟਾ ਜਿਹਾ ਆਈਡੀਆ ਨੂੰ ਉਹਨੂੰ ਵੱਡਾ ਕਰਨਾ ਚਾਹੁੰਦੇ ਨੇ, ਤੇ ਜਿਹੜਾ ਆਈਡੀਆ ਹੈ ਜ਼ਰੂਰੀ ਨਹੀਂ ਕਿ ਉਹ ਟੀਵੀ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ ਜਿਹੜਾ ਉਹਨੇ ਵੱਡਾ ਹੋਣਾ ਹੈ, ਜਾਂ ਆਪਾਂ ਬਹੁਤ ਸਾਰੇ ਪੈਸੇ ਮਾਰਕੀਟਿੰਗ ਤੇ ਲਾ ਦਈਏ, ਉਸ ਪ੍ਰੋਡਕਟ ਨੂੰ ਮਹਿੰਗਾ ਕਰ ਦਈਏ, ਰਾਦਰ ਦੈਨ ਕਿ ਅਸੀਂ ਵਰਡ ਆਫ ਮਾਊਥ ਦੇ ਥਰੂ ਹੀ ਜਿਹੜਾ ਵਾ ਉਹ ਬਹੁਤ ਅੱਛਾ ਉਹਨੂੰ ਸਪਰੈਡ ਕਰ ਸਕਦੇ ਹਾਂ, ਇੱਕ ਕੰਪਨੀ ਨੂੰ ਬੜਾ ਸਕਸੈਸਫੁਲ ਕਰ ਸਕਦੇ ਹਾਂ। ਐਂਡ ਸੋ ਮੈਮ, ਹਾਊ ਯੂ ਆਰ ਥਿੰਕਿੰਗ ਕਿ ਯੂ ਵਿਲ ਇਨਸਪਾਇਰ ਅਦਰ ਵੂਮਨ ਟੂ ਡੂ ਦ ਸੇਮ? ਇੱਦਾਂ ਦੂਸਰੀਆਂ ਵੂਮਨ ਜਿਹੜੀਆਂ ਕਿੱਦਾਂ ਕਰ ਸਕਦੀਆਂ? ਤੁਸੀਂ ਦੂਜਿਆਂ ਨੂੰ ਇਨਕਰੇਜ ਕਰਦੇ ਕਿ ਤੁਸੀਂ ਵੀ ਕਰੋ? ਬਿਲਕੁਲ, ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਕੰਮ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਇਹ ਨਹੀਂ ਕਿ ਤੁਸੀਂ ਯੰਗ ਹੋ ਤਾਂ ਅਜੇ ਨਹੀਂ ਕਰ ਸਕਦੇ। ਯੰਗ ਜਨਰੇਸ਼ਨ ਕੋਲ ਸਾਡੇ ਤੋਂ ਜ਼ਿਆਦਾ ਬੈਟਰ ਆਈਡੀਆਜ਼ ਹੁੰਦੇ ਨੇ। ਬਟ ਜੇ ਤੁਹਾਡੀ ਉਹ ਇੱਕ ਉਮਰ ਲੰਘ ਗਈ ਤਾਂ ਸ਼ਾਇਦ ਤੁਹਾਡੇ ਲਈ ਇਹੀ ਬੈਸਟ ਵਾਲਾ ਟਾਈਮ ਹੈ। ਇਹੀ ਇਸ ਟਾਈਮ ਸਟਾਰਟ ਕਰ ਲਓ। ਮੈਂ ਜੇ ਕਹਾਂ ਕਿ ਮੈਂ ਵੀ ਜੇ ਲੇਟ ਸ਼ੁਰੂ ਕੀਤਾ, ਬਟ ਮੈਨੂੰ ਲੱਗਦਾ ਕਿ ਮੇਰੇ ਲਈ ਇਹੀ ਬੈਸਟ ਸੀ। ਜੇ ਮੈਂ ਹੁਣ ਸਟਾਰਟ ਕੀਤਾ ਤਾਂ ਸ਼ਾਇਦ ਇਸ ਟਾਈਮ ਹੀ ਮੇਰੀ ਗਰੋਥ ਸੀ। ਰਾਈਟ। ਸੋ ਤੁਹਾਡਾ ਪ੍ਰੋਡਕਟ ਇੰਨਾ ਅੱਛਾ ਹੈ ਕਿ ਲੋਕ ਤੁਹਾਨੂੰ ਤੁਹਾਡੇ ਨਾਮ ਨਾਲ ਜਾਣਦੇ ਵੀ ਆ, ਤੇ ਲੋਕ ਤੁਹਾਡੇ ਨਾਮ ਨਾਲ ਤੁਹਾਨੂੰ ਜਿਹੜਾ ਵਾ ਉਹ ਜਾਣਨਗੇ ਵੀ। ਸੋ ਜੇ ਆਪਾਂ ਚੈਲੰਜਸ ਦੀ ਗੱਲ ਕਰੀਏ, ਸੋ ਕਰੰਟਲੀ ਵਾਟ ਡੂ ਯੂ ਥਿੰਕ ਕਿ ਇਸ ਬਿਜ਼ਨਸ ਨੂੰ ਇੰਡੀਵਿਜੂਅਲੀ ਜੇ ਦੇਖਿਆ ਜਾਵੇ, ਵਿਦਆਊਟ ਫੈਮਿਲੀ, ਵਿਦਆਊਟ ਯੋਰ ਫਰੈਂਡ ਸਰਕਲ, ਠੀਕ ਹੈ, ਜਦੋਂ ਤੁਸੀਂ ਸੋਚੋ ਕਿ ਇਕੱਲੇ ਬੈਠ ਕੇ ਜਦੋਂ ਸੋਚਦੇ ਹੋ ਐਜ਼ ਅ ਬਿਜ਼ਨਸ ਵੂਮਨ ਜਿਹਨੇ ਘਰ 'ਚ ਬੈਠ ਕੇ ਸੋਚਿਆ ਕਿ ਮੈਂ ਆਪਣਾ ਕੁਝ ਕਰਾਂ, ਖੁਦ ਵੀ ਮੈਂ ਕੁਝ ਕਰ ਸਕਦੀ ਹਾਂ, ਮੈਨੂੰ ਹੁਣ ਪਤਾ ਲੱਗਾ ਕਿ ਮੈਂ ਤੇ ਆਪ ਵੀ ਆਪਣੇ ਪੈਰਾਂ ਤੇ ਕੁਝ ਕਰ ਸਕਦੀ, ਰਾਈਟ? ਸੋ ਉਸ ਦੌਰਾਨ what are the major challenges you are facing? ਤੁਹਾਨੂੰ ਕੀ ਲੱਗਦਾ ਕਿ ਇਹ 2 ਚੁਣੌਤੀਆਂ ਮੇਰੇ ਅੱਗੇ, ਤੇ ਇਹਨਾਂ ਨੂੰ ਮੈਂ ਹੁਣ ਆਉਣ ਵਾਲੇ ਸਮੇਂ 'ਚ ਪਾਰ ਕਰਨਾ? ਸਭ ਤੋਂ ਜ਼ਿਆਦਾ ਚੁਣੌਤੀ ਤੇ ਹੈਗੀ ਕਿ ਮਾਰਕੀਟ 'ਚ ਤੁਹਾਡੇ ਕੋਲ ਇੰਨੀ ਜ਼ਿਆਦਾ, ਤੁਹਾਡੇ ਨਾਲ ਕੰਪੈਰੀਜ਼ਨ, ਮਤਲਬ ਮੈਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੀ, ਨਾ ਹੀ ਮੈਂ ਕਿਸੇ ਪ੍ਰੋਡਕਟ ਦੀ ਜਗ੍ਹਾ ਲੈਣਾ ਚਾਹੁੰਦੀ ਹਾਂ। ਬਟ ਜਦੋਂ ਲੋਕੀ ਕੰਪੇਅਰ ਕਰਦੇ ਜੀ ਉਹ ਤਾਂ ਇੰਨਾ ਸਸਤਾ ਵਾਲਾ ਹੈ, ਤੁਹਾਡਾ ਕਾਸਟਲੀ ਕਿਉਂ ਹੈ, ਥੋੜਾ ਜਿਹਾ ਉਹਨਾਂ ਨੂੰ ਸਮਝਾਉਣਾ ਮੁਸ਼ਕਿਲ ਹੁੰਦਾ। ਬਟ ਮੈਂ ਸਮਝਾਉਣ ਦੀ ਬਜਾਏ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਤੁਸੀਂ ਟੇਸਟ ਕਰ ਲਓ, ਉਸ ਤੋਂ ਬਾਅਦ ਮੈਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ। ਹਾਂ, ਯੂ ਆਰ ਰਾਈਟ। ਮਾਰਕੀਟਿੰਗ 'ਚ ਆਫ ਕੋਰਸ ਸਾਡੀ ਆਡੀਅנס, ਤੁਹਾਡੀ ਆਡੀਅנס ਤੇ ਕਸਟਮਰ ਬਣੀ ਜਾਵੇ, ਮੈਨੂੰ ਲੱਗਦਾ ਉਹ ਜ਼ਿਆਦਾ ਵਧੀਆ, ਆਰਗੈਨਿਕ ਗਰੋਥ ਜ਼ਿਆਦਾ ਵਧੀਆ। ਜਿਹੜਾ ਅਸੀਂ ਪੈਸੇ ਦੇ ਕੇ ਮਾਰਕੀਟਿੰਗ ਕਰਵਾਉਂਦੇ ਆ, ਉਹਦੇ ਨਾਲ ਉਹ ਮੈਨੂੰ ਲੱਗਦਾ ਕਿ ਲੋਕਾਂ ਤੱਕ ਜਦੋਂ ਤੱਕ ਟੇਸਟ ਨਹੀਂ ਕਰਨਗੇ, ਜਾਂ ਜਦੋਂ ਤੱਕ ਤੁਹਾਨੂੰ ਕੋਈ ਕਹੇਗਾ ਨਹੀਂ ਕਿ ਤੁਹਾਡਾ ਪ੍ਰੋਡਕਟ ਵਧੀਆ ਹੈ, ਉਨੀ ਦੇਰ ਤੱਕ ਅਸੀਂ ਖਾਵਾਂਗੇ ਨਹੀਂ।
ਸੋ ਤੁਸੀਂ ਇਹ ਮੰਨਦੇ ਹੋ ਕਿ ਇੱਕ ਛੋਟਾ ਜਿਹਾ ਕੁਝ ਸ਼ੁਰੂ ਕਰਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਹੁੰਦੀ? ਮੰਨਦੇ ਹੋ? ਬਿਲकुल नहीं लोड ਹੁੰਦੀ। मैं क्योंकि देखो कई लोग घरों ਉੱਠ ही नहीं रहे ना, बैठे हुए हैं, मेरे ladies को बैठी मेरे हुई को हैं। बिल्कुल छोटा जिहा हाँ, अवन सी, किचन सी, अपनी हाँ, किचन, हाँ, हाँ, ठीक है, बिल्कुल। ਉਹੀ ਸਾਰਾ ਕੁਝ ਸੀ। ਮੈਂ ਉਹਦੇ ਤੋਂ ਹੀ ਸਟਾਰਟ ਕੀਤਾ। ਮੇਰਾ ਫਰਸਟ ਸਟਾਲ ਲੱਗਾ 2019 ਚ। ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲਗਾਇਆ। ਮੈਨੂੰ ਨਹੀਂ ਪਤਾ ਸੀ ਕੀ ਰਿਸਪੌਂਸ ਆਏਗਾ। ਮੇਰਾ ਖਿਆਲ ਮੈਂ ਬਿਲਕੁਲ ਥੋੜੇ ਜਿਹੇ ਪ੍ਰੋਡਕਟਸ ਅਪਰੋਕਸੀਮੇਟਲੀ 15 ਤੋਂ 20 ਕਿਲੋ ਇੰਨਾ ਕੋਈ ਬਣਾ ਕੇ ਨਾ ਜਸਟ ਕਿ ਕੀ ਰਿਸਪੌਂਸ ਆਉਂਦਾ ਹੈ। ਮੇਰੇ ਬੱਚਿਆਂ ਨੇ ਆਲਰੇਡੀ ਮੇਰੇ ਉਹਨੂੰ ਬ੍ਰਾਂਡ ਨੂੰ ਨਾਮ ਦਿੱਤਾ ਹੋਇਆ ਸੀ ਡਿਲੀਸ਼ੀਅਸ ਬਾਈਟਸ। ਤਾਂ ਮੈਂ ਸਟicker ਵਗੈਰਾ ਬਣਾਏ। ਮੇਰੀ ਪੈਕਿੰਗ ਵੀ ਨਾਰਮਲ ਸੀ, ਸਭ ਕੁਝ ਨਾਰਮਲ ਸੀ। ਬਟ ਜਿਵੇਂ ਸਵੇਰੇ 11 ਵਜੇ ਸ਼ੁਰੂ ਹੋਇਆ, ਸ਼ਾਮ ਦੇ 5 ਵਜੇ ਤੱਕ ਮਤਲਬ ਮੇਰੇ ਕੋਲ ਨਾ ਟੇਸਟਿੰਗ ਵਾਸਤੇ ਵੀ ਕੁਝ ਨਹੀਂ ਸੀ ਬਚਿਆ। ਸਿਰਫ ਮੈਂ ਆਪਣੇ ਵਿਜ਼ਿਟਿੰਗ ਕਾਰਡ ਦੇ ਰਹੀ ਸੀ ਲੋਕਾਂ ਨੂੰ ਕਿ ਇਹ ਲੈ ਜਾਓ। ਸੋ ਤੁਸੀਂ ਇੱਕ ਬੜਾ ਅੱਛਾ ਰੈਸਿਪੀ ਨੂੰ ਸੈੱਟ ਕਰਨ ਦਾ ਟਾਸਕ ਸਿੱਖ ਲਿਆ ਕਿ ਰੈਸਿਪੀ ਨੂੰ ਕਿੱਦਾਂ ਸੈੱਟ ਕਰਨਾ ਹੈ, ਉਹਨੂੰ ਮਾਰਕੀਟ 'ਚ ਕਿੱਦਾਂ ਲਾਂਚ ਕਰਨਾ ਹੈ, ਰਾਈਟ? ਸੋ ਇਸ ਤੋਂ ਇਲਾਵਾ ਡਿਲੀਸ਼ੀਅਸ ਬਾਈਟਸ ਤੋਂ ਇਲਾਵਾ ਜਿਹੜੀਆਂ ਸਾਡੀ ਕੁਕੀਜ਼ ਬਿਜ਼ਨਸ ਆ, ਸਕਸੈਸਫੁਲ ਪ੍ਰੋਡਕਟ ਹੈ ਮਾਰਕੀਟ 'ਚ, ਇਸ ਤੋਂ ਇਲਾਵਾ ਹੋਰ ਕੀ ਸੋਚਦੇ ਹੋ ਨੈਕਸਟ? ਇਸ ਤੋਂ ਇਲਾਵਾ ਮੇਰਾ ਇੱਕ ਹੋਰ ਸਟਾਰਟਅਪ ਨਾਲ ਮੈਂ ਉਹਦੇ 'ਚ ਪਾਰਟਨਰ ਆ। ਉਹ ਸਾਡਾ ਸੈਲੀਬ੍ਰੇਟਿੰਗ ਫਾਰਮਰਸ ਐਜ ਇੰਟਰਨੈਸ਼ਨਲ ਕੰਪਨੀ ਹੈ। ਅਸੀਂ ਫਾਰਮਰਸ ਨਾਲ ਮਿਲ ਕੇ ਬਣਾ ਰਹੇ ਹਾਂ। ਇਹਦੇ 'ਚ ਅਸੀਂ 46 ਸ਼ੇਅਰ ਹੋਲਡਰਸ ਹਾਂ। ਕਿਸੇ ਦਾ ਸ਼ੇਅਰ ਘੱਟ ਵੱਧ ਨਹੀਂ ਹੈਗਾ। ਬਟ ਫਿਲਹਾਲ ਜੇ ਅਸੀਂ ਕਹੀਏ ਕਿ ਅਸੀਂ ਪ੍ਰੋਫਿਟ ਲੈ ਰਹੇ ਹਾਂ, ਕੁਝ ਨਹੀਂ ਇਹਦੇ 'ਚ। ਅਸੀਂ ਇਨਵੈਸਟ ਕਰਕੇ ਅਸੀਂ ਇਹਦੇ 'ਚ ਮਸ਼ੀਨਰੀ ਲੈ ਰਹੇ ਹਾਂ, ਇਹਦੇ 'ਚ ਟੈਕਨੋਲੋਜੀ ਬਾਏ ਕਰ ਰਹੇ ਹਾਂ। ਅਸੀਂ ਸ਼ੂਗਰ ਕੇਨ ਤੋਂ ਪ੍ਰੋਡਕਟਸ ਬਣਾ ਰਹੇ ਹਾਂ। ਸ਼ੂਗਰ ਕੇਨ ਤੋਂ ਅਸੀਂ ਸਿਰਕਾ ਬਣਾ ਰਹੇ ਹਾਂ। ਸ਼ੂਗਰ ਕੇਨ ਤੋਂ ਜੈਮ ਬਣ ਰਹੀ ਹੈ। ਸ਼ੂਗਰ ਕੇਨ ਤੋਂ ਚਟਨੀ ਬਣ ਰਹੀ ਹੈ ਵਿਦਾਊਟ ਵਾਟਰ, ਵਿਦਾਊਟ ਸ਼ੂਗਰ। ਚਾਹ ਬਣ ਰਹੀ ਹੈ। ਔਰ ਸਾਡੀਆਂ 2 ਆਊਟਲੈਟਸ ਮਹਾਰਾਸ਼ਟਰ 'ਚ ਓਪਨ ਹੋ ਚੁੱਕੀਆਂ ਨੇ ਵਿਦਾਊਟ ਵਾਟਰ, ਵਿਦਾਊਟ ਸ਼ੂਗਰ ਟੀ। ਸੋ ਮੈਮ ਇੱਕ ਬੜੀ ਸਕਸੈਸਫੁਲ ਐਗਜ਼ਾਮਪਲ ਨੇ ਹਾਊਸ ਵਾਈਫ ਟੂ ਐਂਟਰਪ੍ਰੀਨਿਓਰ ਐਂਡ ਐਟ ਦਿਸ ਏਜ, ਜਦੋਂ ਕਿ ਬੱਚੇ ਵੱਡੇ ਹੋ ਗਏ ਨੇ, ਫਿਰ ਖਿਆਲ ਆਇਆ ਕਿ ਹਾਂ ਹੁਣ ਮੈਂ ਕੁਝ ਆਪਣਾ ਕਰਾਂ। ਐਂਡ ਸੀ ਕਿੰਨੀਆਂ ਵੂਮਨ ਹੋਣਗੀਆਂ ਕਿ ਜਿਹੜੀਆਂ ਇਸ ਤਰ੍ਹਾਂ ਖੁਦ ਦਾ ਬਿਜ਼ਨਸ ਜਿਹੜਾ ਵਾ ਉਹ ਲਾਂਚ ਕਰ ਸਕਦੇ ਨੇ। ਐਂਡ ਤੁਸੀਂ ਸਕਸੈਸਫੁਲ ਵੀ ਹੋ ਸਕਦੇ ਹੋ, ਆਰਗੈਨਿਕ ਗਰੋਥ ਚੂਜ਼ ਕਰ ਸਕਦੇ ਹੋ ਕਿ ਹੌਲੀ ਹੌਲੀ ਮੈਂ ਇਸ ਫੀਲਡ 'ਚ ਅੱਗੇ ਵਧਣਾ। ਐਂਡ ਅਸੀਂ ਕੁਝ ਛੋਟਾ ਪ੍ਰੋਜੈਕਟ ਵੀ ਚੂਜ਼ ਕਰ ਸਕਦੇ ਹਾਂ। ਸੋ ਮੈਮ ਤੁਸੀਂ ਸਪੈਸ਼ਲੀ ਦੋਜ਼ ਵੂਮਨ ਜਿਹੜੀਆਂ ਕਿ ਹਾਊਸ ਵਾਈਫਸ ਨੇ, ਰਾਈਟ, ਉਹਨਾਂ 'ਚ ਇਹ ਜਜ਼ਬਾ ਪੈਦਾ ਕਰਨਾ ਕਿ ਤੁਸੀਂ ਖੁਦ ਦਾ ਕੁਝ ਕਰੋ, ਹੁਣ ਕਰੋ, ਹੈ ਨਾ? ਸੋ ਵਾਟ ਇਜ਼ ਯੋਰ ਮੈਸੇਜ ਫॉर them? ਹਾਊ ਡੂ ਯੂ ਫੀਲ? ਪਹਿਲਾਂ ਲਾਈਫ ਕਿੱਦਾਂ ਸੀ, ਹੁਣ ਕਿੱਦਾਂ ਵਾ? ਉਹਨਾਂ ਨੂੰ ਇੱਕ ਅੱਛਾ ਮੈਸੇਜ ਤੁਸੀਂ ਦਿਓ। ਦੇਖੋ ਪਹਿਲਾਂ ਜਿਹੜੀ ਮੇਰੀ ਲਾਈਫ ਸੀ ਨਾਰਮਲ ਸੀ। ਮਤਲਬ ਉਦੋਂ ਵੀ ਮੈਂ ਪ੍ਰਾਊਡ ਫੀਲ ਕਰਦੀ ਸੀ ਆਪਣੇ ਬੱਚਿਆਂ ਤੇ। ਬਟ ਹੁਣ ਕਿਤੇ ਨਾ ਕਿਤੇ ਆਪਣੇ ਆਪ ਤੇ ਵੀ ਹੁੰਦਾ ਕਿ ਮੈਂ ਵੀ ਲਾਈਫ 'ਚ ਕੁਝ ਕਰ ਰਹੀ ਹਾਂ। ਹੁਣ ਮੇਰੇ ਬੱਚੇ ਮੇਰੇ ਤੇ ਪ੍ਰਾਊਡ ਫੀਲ ਕਰਦੇ ਨੇ ਕਿ ਹਾਂ ਸਾਡੀ ਮਦਰ ਨੇ ਵੀ ਕੁਝ ਲਾਈਫ 'ਚ ਅੱਗੇ ਕੀਤਾ ਹੈ ਜੀ। ਤਾਂ ਮੈਨੂੰ ਲੱਗਦਾ ਹੈ ਕਿ ਘਰ 'ਚ ਕੋਈ ਵੀ ਸਾਡੀਆਂ ਲੇਡੀਜ਼ ਨੇ ਜਿਹੜੀਆਂ, ਜ਼ਰੂਰੀ ਨਹੀਂ ਕਿ ਉਹਨਾਂ ਨੇ ਕਿਚਨ 'ਚ, ਕੋਈ ਵੀ ਉਹਨਾਂ ਦਾ ਸ਼ੌਂਕ ਹੈ, ਜਿਹੜਾ ਉਹਨਾਂ ਦਾ ਪੈਸ਼ਨ ਹੈ ਨਾ, ਉਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੀਦਾ। ਜਦੋਂ ਤੁਸੀਂ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ ਬਣਾਉਂਦੇ ਹੋ, ਤੁਸੀਂ ਜ਼ਿਆਦਾ ਸਕਸੈਸਫੁਲ ਹੁੰਦੇ ਹੋ, ਰਾਦਰ ਦੈਨ ਕਿ ਤੁਹਾਨੂੰ ਕੋਈ ਜ਼ਬਰਦਸਤੀ ਥੋਪਿਆ ਜਾਏ ਕਿ ਨਹੀਂ ਤੂੰ ਇਹੀ ਕੰਮ ਕਰਨਾ ਹੈ। ਉਹ ਕੰਮ ਕਦੀ ਨਹੀਂ ਹੁੰਦਾ ਜੀ। ਤਾਂ ਮੈਨੂੰ ਲੱਗਦਾ ਕਿ ਜੋ ਸ਼ੌਂਕ ਹੈ ਉਹਨੂੰ ਤੁਸੀਂ ਆਪਣਾ ਪ੍ਰੋਫੈਸ਼ਨ ਬਣਾਓ। ਬਹੁਤ ਵਧੀਆ। ਐਂਡ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਟੁਡੇ। ਥੈਂਕ ਯੂ ਸੋ ਮਚ। ਸੋ ਮੈਮ ਹਰਜੋਤ ਕੌਰ ਗੰਭੀਰ, ਮੈਂ ਤੁਹਾਨੂੰ ਦੱਸਿਆ ਲੁਧਿਆਣਾ ਤੋਂ। ਸ਼ੀ ਹੈਜ਼ ਅ ਬ੍ਰਾਂਡ ਡਿਲੀਸ਼ੀਅਸ ਬਾਈਟਸ। ਤੁਸੀਂ ਇਹਨਾਂ ਨੂੰ ਆਰਡਰ ਵੀ ਕਰ ਸਕਦੇ ਹੋ। ਐਂਡ ਆਈ ਗਾਰੰਟੀ ਯੂ ਵਿਲ ਲਵ ਦ ਪ੍ਰੋਡਕਟ। ਐਂਡ ਫਰੈਸ਼ਲੀ ਬੇਕਡ ਵਿੱਚ ਇਹ ਵਿਸ਼ਵਾਸ ਕਰਦੇ ਨੇ, ਇਹ ਨਹੀਂ ਕਿ ਅੱਜ ਬਣਾਇਆ ਤੇ ਸਾਲ ਬਾਅਦ ਅਸੀਂ ਖਾਵਾਂਗੇ, ਰਾਈਟ? ਸੋ ਸ਼ੀ ਇਜ਼ ਗਿਵਿੰਗ ਹਰ ਬੈਸਟ ਇਨ ਹਰ ਪ੍ਰੋਡਕਟ। ਉਹਨਾਂ ਦਾ ਜਿਹੜਾ ਪ੍ਰੋਡਕਟ ਹੈ ਉਹ 'ਚ ਰਿਫਲੈਕਟ ਕਰਦੀ ਹੈ ਇਹਨਾਂ ਦੀ ਪਰਫੈਕਸ਼ਨ। ਐਂਡ ਆਈ ਐਮ ਸੋ ਪ੍ਰਾਊਡ ਆਫ ਸੱਚ ਐਂਟਰਪ੍ਰੀਨਿਓਰਸ ਕਿ ਜਿਹੜੇ ਕੁਆਲਿਟੀ ਤੇ ਕੰਮ ਕਰਦੇ। ਪੈਸੇ ਕਮਾਣੇ ਹੋਣ ਤੇ ਅਸੀਂ ਬੜੇ ਬਹੁਤ ਨਾਰਮਲ ਚੀਜ਼ਾਂ ਕਰਕੇ ਵੀ ਬੜਾ ਕੁਝ ਜ਼ਿੰਦਗੀ 'ਚ ਕਰ ਸਕਦੇ ਹਾਂ। ਸੋ ਉਹਦੇ ਲਈ ਸਬਰ ਬੜਾ ਚਾਹੀਦਾ। ਜਦੋਂ ਅਸੀਂ ਕੁਆਲਿਟੀ ਪ੍ਰੋਡਕਟ ਸੈਲ ਕਰਦੇ ਹਾਂ, ਉਹਦਾ ਪ੍ਰਾਈਸ ਵੀ ਹਾਈ ਹੋ ਸਕਦਾ ਵਾ, ਉਹਦੀ ਸੇਲਸ ਵੀ ਸਲੋ ਹੋ ਸਕਦੀ ਆ। ਉਹਦੇ ਲਿਮਿਟਿਡ ਕਲਾਇੰਟਸ ਹੋਣਗੇ ਜਿਹੜੇ ਕਿ ਉਹਨੂੰ ਸਮਝਦੇ ਨੇ ਕਿ ਇਹ ਵਾਕਈ ਹੈਂਡਮੇਡ ਆ, ਇਟ ਇਜ਼ ਪਰਫੈਕਟ, ਇਹ ਕਿਉਂ ਕਾਸਟਲੀ ਆ। ਉਹ ਚੀਜ਼ ਨੂੰ ਅੰਡਰਸਟੈਂਡ ਕਰਨਾ, ਉਸ ਮਾਰਕੀਟ ਨੂੰ ਕੇਟਰ ਕਰਨਾ। ਤੇ ਆਈ ਥਿੰਕ ਸ਼ੀ ਹੈਜ਼ ਡਨ ਅ ਵੰਡਰਫੁਲ ਜੌਬ। Do order her, and thank you so much for watching Mandeep Kaur Tangara show.